ਕਦੀ-ਕਦੀ ਇਨਸਾਨ ਨੂੰ ਏਦਾਂ ਦੇ ਰਾਹਾਂ ਤੇ ਚੱਲਣਾ ਪੈਂਦਾ ਹੈ, ਜੋ ਉਹ ਆਪਣੀ ਖੁਸ਼ੀ ਤੇ ਮਰਜ਼ੀ ਨਾਲ ਨਹੀਂ ਚੁਣਦਾ। ਬਸ ਹਾਲਾਤ ਉਸ ਨੂੰ ਮਜਬੂਰ ਕਰ ਦਿੰਦੇ ਨੇ। ਮੇਰੀ ਸਹੇਲੀ ਵੀ ਨੱਚਣ-ਗਾਉਣ ਦਾ ਕੰਮ ਕਰਦੀ ਸੀ, ਪਰ ਇਹ ਕੰਮ ਉਹਨੇ ਆਪਣੀ ਖੁਸ਼ੀ ਨਾਲ ਨਹੀਂ ਕੀਤਾ ਸੀ। ਉਹ ਜੰਮੀ ਹੀ ਇੱਕ ਨੱਚਣ ਵਾਲੀ ਦੇ ਘਰ ਵਿੱਚ ਸੀ, ਇਸ ਲਈ ਮਜਬੂਰੀ ਵਿੱਚ ਉਸ ਨੂੰ ਇਹ ਕੰਮ ਕਰਨਾ ਪਿਆ ਸੀ। ਉਸ ਦੀ ਮਾਂ ਚਾਹੁੰਦੀ ਸੀ ਕਿ ਉਹ ਪੜ੍ਹ-ਲਿਖ ਕੇ ਕੋਈ ਇੱਜ਼ਤ ਵਾਲਾ ਕੰਮ ਕਰੇ, ਪਰ ਇਹ ਸਮਾਜ ਇਹੋ ਜਿਹੇ ਲੋਕਾਂ ਨੂੰ ਨਾ ਪੜ੍ਹਨ ਦਿੰਦਾ ਹੈ, ਨਾ ਲਿਖਣ ਦਿੰਦਾ ਤੇ ਨਾ ਹੀ ਇੱਜ਼ਤ ਦੇ ਨਾਲ ਪੈਸੇ ਕਮਾਉਣ ਦਿੰਦਾ ਹੈ। ਉਸ ਦੀ ਮਾਂ ਨੇ ਉਸ ਨੂੰ ਇੱਕ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਤੇ ਉੱਥੇ ਉਸ ਨੂੰ ਹਰ ਕੋਈ ਇਹੀ ਕਹਿੰਦਾ ਕਿ ਇਹ ਤਾਂ ਨੱਚਣ ਵਾਲੀ ਦੀ ਧੀ ਹੈ, ਇਹਦਾ ਇੱਥੇ ਕੀ ਕੰਮ ਹੈ, ਇਹਨੂੰ ਤਾਂ ਕਿਸੇ ਵਿਆਹ ਤੇ ਨੱਚਣ ਲਈ ਭੇਜ ਦਿਓ। ਇੱਥੋਂ ਤੱਕ ਕਿ ਸਕੂਲ ਦੇ ਟੀਚਰ ਉਸ ਨੂੰ ਛੇੜਦੇ ਤੇ ਗਲਤ ਨਜ਼ਰਾਂ ਨਾਲ ਦੇਖਦੇ। ਉਸ ਨੂੰ ਕਲਾਸ ਵਿੱਚ ਸਾਰੇ ਬੱਚਿਆਂ ਤੋਂ ਪਿੱਛੇ ਬਿਠਾਇਆ ਜਾਂਦਾ। ਜੇ ਉਹ ਕੁਝ ਪੁੱਛਦੀ ਤਾਂ ਉਸ ਨੂੰ ਝਿੜਕ ਕੇ ਚੁੱਪ ਕਰਵਾ ਦਿੱਤਾ ਜਾਂਦਾ। ਜੇਕਰ ਉਸ ਨੂੰ ਕਿਸੇ ਕੰਮ ਵਿੱਚ ਮਦਦ ਚਾਹੀਦੀ ਹੁੰਦੀ ਤਾਂ ਕਦੀ ਵੀ ਟੀਚਰ ਉਸ ਦੀ ਮਦਦ ਨਾ ਕਰਦੇ। ਦੂਜੇ ਬੱਚੇ ਉਸ ਦੇ ਕੋਲ ਨਾ ਜਾਂਦੇ ਜਿੱਦਾਂ ਉਹਨੂੰ ਕੋਈ ਛੂਤ ਦੀ ਬਿਮਾਰੀ ਹੋਵੇ, ਜਦੋਂ ਕਿ ਗੱਲ ਇਹ ਸੀ ਕਿ ਸਿਰਫ ਉਸ ਦੀ ਮਾਂ ਨੱਚਣ ਦਾ ਕੰਮ ਕਰਦੀ ਸੀ। ਪਰ ਜੇ ਸਕੂਲ ਵਿੱਚ ਕੋਈ ਫੰਕਸ਼ਨ ਹੁੰਦਾ ਤਾਂ ਉਸ ਨੂੰ ਜ਼ਰੂਰ ਪਾਰਟਿਸਿਪੇਟ ਕਰਵਾਇਆ ਜਾਂਦਾ। ਉਸ ਦਾ ਨਾਚ ਹਮੇਸ਼ਾ ਹੀ ਵਧੀਆ ਹੁੰਦਾ ਸੀ ਤੇ ਸਕੂਲ ਦੇ ਹਰ ਫੰਕਸ਼ਨ ਵਿੱਚ ਉਹ ਬਹੁਤ ਨੱਚਦੀ। ਇੱਕ ਦਿਨ ਸਕੂਲ ਦੇ ਫੰਕਸ਼ਨ ਵਿੱਚ ਉਸ ਦੀ ਮਾਂ ਆ ਗਈ ਤੇ ਉਸ ਨੂੰ ਦੇਖ ਕੇ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ। ਉਸ ਨੇ ਆਪਣੀ ਧੀ ਨੂੰ ਕੁੱਟ ਕੇ ਸਟੇਜ ਤੋਂ ਥੱਲੇ ਉਤਾਰਿਆ ਤੇ ਕਹਿਣ ਲੱਗੀ, ਇਸ ਕੰਮ ਤੋਂ ਬਚਾਉਣ ਲਈ ਤੈਨੂੰ ਸਕੂਲ ਭੇਜਦੀ ਹਾਂ ਤੇ ਤੂੰ ਇੱਥੇ ਆ ਕੇ ਇਹ ਕੰਮ ਕਰਨਾ ਹੈ, ਫਿਰ ਸਕੂਲ ਕਿਉਂ ਆਉਂਦੀ ਹੈ? ਉਸ ਨੇ ਰੋਂਦੇ ਹੋਏ ਕਿਹਾ, ਮਾਂ, ਮੈਨੂੰ ਤਾਂ ਮੇਰੇ ਮਾਸਟਰ ਜੀ ਨੇ ਨੱਚਣ ਨੂੰ ਕਿਹਾ ਸੀ। ਉਸ ਦੀ ਮਾਂ ਨੇ ਮਾਸਟਰ ਨੂੰ ਬੁਰਾ ਭਲਾ ਕਿਹਾ ਤਾਂ ਉਹ ਉਲਟਾ ਉਸ ਦੀ ਮਾਂ ਨੂੰ ਹੀ ਗੁੱਸੇ ਹੋਣ ਲੱਗਾ ਤੇ ਕਹਿਣ ਲੱਗਾ, ਜੋ ਕੰਮ ਤੇਰੀ ਧੀ ਨੂੰ ਆਉਂਦਾ ਅਸੀਂ ਉਹੀ ਕਰਵਾਵਾਂਗੇ। ਹੁਣ ਸਕੂਲ ਵਿੱਚ ਫੰਕਸ਼ਨ ਹੈ, ਕੋਈ ਤਾਂ ਨੱਚੂਗਾ, ਫਿਰ ਤੇਰੀ ਧੀ ਕਿਉਂ ਨਹੀਂ? ਹੁਣ ਇਸ ਇੱਜ਼ਤਦਾਰ ਘਰਾਣੇ ਦੀਆਂ ਕੁੜੀਆਂ ਨੂੰ ਤਾਂ ਅਸੀਂ ਨੱਚਣ ਨੂੰ ਨਹੀਂ ਕਹਿ ਸਕਦੇ ਨਾ। ਸੁਣ ਕੇ ਮਾਂ ਦਾ ਦਿਲ ਬਹੁਤ ਦੁਖੀ ਹੋਇਆ ਸੀ ਤੇ ਉਸ ਦੀ ਮਾਂ ਨੇ ਉਸ ਨੂੰ ਸਕੂਲ ਤੋਂ ਹਟਾ ਲਿਆ ਤੇ ਫਿਰ ਉਹ ਘਰ ਵਿੱਚ ਹੀ ਰਹਿਣ ਲੱਗੀ। ਪਰ ਉਸ ਦੇ ਅੰਦਰ ਇਹ ਸ਼ੌਂਕ ਪੈਦਾ ਹੋ ਗਿਆ ਸੀ। ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਇਸ ਕੰਮ ਤੋਂ ਇਲਾਵਾ ਕੋਈ ਹੋਰ ਕੰਮ ਇਹ ਦੁਨੀਆ ਉਸ ਨੂੰ ਨਹੀਂ ਕਰਨ ਦੇਵੇਗੀ। ਜੇ ਕਿਤੇ ਵੀ ਜਾਵੇਗੀ ਤਾਂ ਮੇਰੀ ਪਹਿਚਾਣ ਇਸੇ ਨਾਮ ਨਾਲ ਹੋਣੀ ਹੈ ਕਿ ਮੈਂ ਨੱਚਣ ਵਾਲੀ ਦੀ ਧੀ ਹਾਂ ਤੇ ਨੱਚਣਾ ਮੇਰਾ ਪੇਸ਼ਾ ਹੈ। ਉਹ ਮਾਂ ਤੋਂ ਚੁੱਪ-ਚੁੱਪ ਕੇ ਨੱਚਣ ਲੱਗੀ, ਕਿਉਂਕਿ ਜੇ ਉਸ ਦੀ ਮਾਂ ਨੂੰ ਪਤਾ ਚੱਲਦਾ ਤਾਂ ਉਹ ਉਸ ਦੀਆਂ ਹੱਡੀਆਂ ਤੋੜ ਦਿੰਦੀ। ਮਾਂ ਨਾ ਹੀ ਉਸ ਨੂੰ ਆਪਣੇ ਨਾਲ ਮਹਿਫਲ ਵਿੱਚ ਲੈ ਕੇ ਜਾਂਦੀ ਤੇ ਨਾ ਹੀ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਿਕਲਣ ਦਿੰਦੀ ਸੀ। ਉਸ ਦੀ ਮਾਂ ਨੇ ਉਸ ਨੂੰ 7 ਪਰਦਿਆਂ ਵਿੱਚ ਲੁਕੋ ਕੇ ਰੱਖਿਆ ਸੀ ਤਾਂ ਕਿ ਉਸ ਨੂੰ ਦੁਨੀਆ ਮਾਂ ਦੇ ਨਾਲ-ਨਾਲ ਨਾ ਪਛਾਣੇ। ਪਰ ਕਿਸਮਤ ਨੇ ਉਸ ਨੂੰ ਇਸ ਵਿੱਚ ਨਿਪੁੰਨ ਬਣਾਇਆ ਸੀ। ਇੱਕ ਦਿਨ ਮਾਂ ਨੂੰ ਬਹੁਤ ਤੇਜ਼ ਬੁਖਾਰ ਸੀ ਤੇ 3 ਦਿਨਾਂ ਦੇ ਵਿੱਚ ਉਸ ਦੀ ਮਾਂ ਦੀ ਮੌਤ ਹੋ ਗਈ। ਪਤਾ ਲੱਗਿਆ ਮਾਂ ਨੂੰ ਡੇਂਗੂ ਬੁਖਾਰ ਹੋਇਆ ਸੀ। ਉਸ ਦੀ ਵਜ੍ਹਾ ਨਾਲ ਉਸ ਦੀ ਜਾਨ ਚਲੀ ਗਈ। ਉਸ ਸਮੇਂ ਉਸ ਦੀ ਉਮਰ 16 ਸਾਲ ਦੀ ਸੀ। ਮਾਂ ਦੀ ਮੌਤ ਤੋਂ ਬਾਅਦ ਉਸ ਨੇ ਬੜੀ ਮੁਸ਼ਕਲ ਨਾਲ ਮੁਹੱਲੇ ਦੇ ਲੋਕਾਂ ਨੂੰ ਜਮ੍ਹਾਂ ਕੀਤਾ, ਕਿਉਂਕਿ ਕੋਈ ਵੀ ਆਉਣ ਲਈ ਤਿਆਰ ਨਹੀਂ ਸੀ। ਸਭ ਦਾ ਕਹਿਣਾ ਸੀ, ਇੱਕ ਨੱਚਣ ਵਾਲੀ ਦੀ ਅਰਥੀ ਕੌਣ ਚੁੱਕੂਗਾ? ਉਸ ਦੇ ਰੋਣ ਧੋਣ ਨਾਲ ਤੇ ਰੌਲਾ ਪਾਉਣ ਨਾਲ ਕੁਝ ਮੁਹੱਲੇ ਦੇ ਲੋਕਾਂ ਨੇ ਇਹ ਜ਼ਿੰਮੇਵਾਰੀ ਚੁੱਕੀ। ਉਸ ਦੀ ਮਾਂ ਦੀ ਅਰਥੀ ਚੁੱਕੀ। ਮਾਂ ਦੀ ਚਿਤਾ ਨੂੰ ਅੱਗ ਲੱਗ ਚੁੱਕੀ ਸੀ। ਨਾ ਹੀ ਉਸ ਕੋਲ ਖਾਣ ਦੇ ਪੈਸੇ ਸੀ ਤੇ ਨਾ ਹੀ ਘਰ, ਕਿਉਂਕਿ ਘਰ ਕਿਰਾਏ ਦਾ ਸੀ। ਉਹਨਾਂ ਨੇ ਸਾਰੀ ਹੀ ਬਹੁਤ ਪੈਸਾ ਕਮਾਇਆ ਸੀ, ਪਰ ਆਪਣਾ ਘਰ ਨਹੀਂ ਸੀ ਖਰੀਦਿਆ, ਕਿਉਂਕਿ ਉਹ ਘਰ ਬਦਲਦੇ ਰਹਿੰਦੇ ਸੀ। ਮੁਹੱਲੇ ਵਾਲਿਆਂ ਨੇ ਕਿਸੇ ਦੂਜੇ ਘਰ ਵਿੱਚ ਰਹਿਣ ਲਈ ਕਹਿ ਦਿੰਦੇ। ਜਿਹਨੂੰ ਵੀ ਪਤਾ ਲੱਗਦਾ ਕਿ ਉਸ ਦੀ ਮਾਂ ਇਹ ਕੰਮ ਕਰਦੀ ਹੈ, ਉਹਨਾਂ ਨੂੰ ਮੁਹੱਲੇ ਵਿੱਚੋਂ ਕੁੱਟ ਕੇ ਬਾਹਰ ਕੱਢ ਦਿੱਤਾ ਜਾਂਦਾ। ਇਸ ਲਈ ਉਹ ਕਿਰਾਏ ਦੇ ਮਕਾਨ ਬਦਲਦੇ ਰਹਿੰਦੇ ਸੀ। ਹੁਣ ਉਸ ਦੀ ਮਾਂ ਚਲੀ ਗਈ ਸੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਆਪਣਾ ਘਰ ਹੋਣਾ ਬਹੁਤ ਜ਼ਰੂਰੀ ਹੈ। ਮਕਾਨ ਮਾਲਕ ਸਿਰ ਤੇ ਆ ਕੇ ਖੜਾ ਹੋ ਗਿਆ ਸੀ ਅਤੇ ਆਪਣੇ ਕਿਰਾਏ ਦੇ ਪੈਸੇ ਮੰਗਦਾ ਸੀ। ਉਸ ਨੇ ਉਸ ਤੋਂ ਕੁਝ ਵਕਤ ਮੰਗਿਆ। ਫਿਰ ਅਚਾਨਕ ਅਗਲੇ ਦਿਨ ਰਾਤ ਨੂੰ ਦਰਵਾਜ਼ਾ ਖੜਕਿਆ। ਉਸ ਨੇ ਡਰਦੇ-ਡਰਦੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਆਦਮੀ ਦਰਵਾਜ਼ੇ ਤੇ ਖੜਾ ਸੀ। ਉਸ ਦੀਆਂ ਵੱਡੀਆਂ-ਵੱਡੀਆਂ ਮੁੱਛਾਂ ਸੀ ਤੇ ਬਹੁਤ ਵੱਡੀ ਗੱਡੀ ਤੇ ਆਇਆ ਸੀ। ਉਸ ਨੇ ਉਸ ਨੂੰ ਦੇਖ ਕੇ
ਉਸ ਦੀ ਮਾਂ ਬਾਰੇ ਪੁੱਛਿਆ। ਉਸਨੇ ਕਿਹਾ ਕਿ ਮੇਰੀ ਮਾਂ ਦੀ ਮੌਤ ਹੋ ਚੁੱਕੀ ਹੈ। ਇਹ ਸੁਣ ਕੇ ਉਸ ਦੇ ਚਿਹਰੇ ਤੇ ਕੁਝ ਪਰੇਸ਼ਾਨੀ ਆ ਗਈ ਤੇ ਫਿਰ ਕਹਿਣ ਲੱਗਾ, ਉਹਨੇ ਤਾਂ ਵਾਅਦਾ ਕੀਤਾ ਸੀ ਕਿ ਉਹ ਮੇਰੇ ਮੁੰਡੇ ਦੇ ਵਿਆਹ ਤੇ ਨੱਚੂਗੀ ਤੇ ਮੈਂ ਆਪਣੇ ਦੋਸਤ ਮਿੱਤਰਾਂ ਨੂੰ ਵੀ ਦੱਸ ਦਿੱਤਾ ਕਿ ਸਲਮਾ ਆ ਕੇ ਨੱਚੇਗੀ। ਉਸ ਦਾ ਨਾਂ ਬਹੁਤ ਮਸ਼ਹੂਰ ਹੈ। ਹੁਣ ਮੈਂ ਕੀ ਕਰਾਂਗਾ? ਉਸ ਦੇ ਇਸ ਸਵਾਲ ਦਾ ਜਵਾਬ ਉਸ ਕੋਲ ਨਹੀਂ ਸੀ। ਉਸਨੇ ਦਰਵਾਜ਼ਾ ਬੰਦ ਕੀਤਾ ਤਾਂ ਉਸਨੇ ਦਰਵਾਜ਼ਾ ਫੜ ਲਿੱਤਾ ਤੇ ਕਹਿਣ ਲੱਗਿਆ, ਤੂੰ ਕੌਣ ਹੈ? ਤੂੰ ਵੀ ਤਾਂ ਉਹਦੇ ਵਰਗੀ ਲੱਗਦੀ ਹੈ। ਜੇ ਤੂੰ ਨੱਚੇਂਗੀ ਤਾਂ ਮੈਂ ਤੈਨੂੰ ਪੈਸੇ ਦੇਵਾਂਗਾ। ਉਹਦੀ ਗੱਲ ਸੁਣ ਕੇ ਉਹ ਕੁਝ ਪਲ ਲਈ ਸੋਚਾਂ ਵਿੱਚ ਪੈ ਗਈ। ਅੱਜ ਤੱਕ ਉਹ ਕਿਸੇ ਮਹਿਫਲ ਵਿੱਚ ਨਹੀਂ ਗਈ ਸੀ ਤੇ ਨਾ ਹੀ ਕਦੀ ਕਿਸੇ ਮਹਿਫਲ ਵਿੱਚ ਨੱਚੀ ਸੀ, ਲੇਕਿਨ ਹੁਣ ਉਸ ਨੂੰ ਪੈਸਿਆਂ ਦੀ ਲੋੜ ਵੀ ਸੀ। ਉਹਦੇ ਸਿਰ ਤੇ ਮਾਂ ਦਾ ਹੱਥ ਵੀ ਨਹੀਂ ਰਿਹਾ ਸੀ। ਜੇ ਉਹ ਆਪਣੀ ਮਾਂ ਦੇ ਨਾਂ ਤੋਂ ਕੰਮ ਸ਼ੁਰੂ ਕਰਦੀ ਤਾਂ ਜਲਦੀ ਹੀ ਉਸ ਦਾ ਨਾਂ ਬਣ ਜਾਂਦਾ ਤੇ ਜ਼ਿੰਦਗੀ ਆਸਾਨ ਹੋ ਜਾਂਦੀ। ਇਹ ਸੁਣ ਕੇ ਉਸਨੇ ਹਾਂ ਕਰ ਦਿੱਤੀ ਤੇ ਉਸ ਆਦਮੀ ਦੇ ਨਾਲ ਚਲੀ ਗਈ। ਉਸ ਦੇ ਮੁੰਡੇ ਦਾ ਵਿਆਹ ਸੀ ਤੇ ਕੋਈ ਬਹੁਤ ਵੱਡਾ ਜ਼ਿਮੀਂਦਾਰ ਸੀ। ਉੱਥੇ ਬਹੁਤ ਵੱਡੇ ਵੱਡੇ ਲੋਕ ਆਏ ਹੋਏ ਸੀ। ਉਸਨੇ ਦਿਲ ਖੋਲ ਕੇ ਨੱਚਣਾ ਸ਼ੁਰੂ ਕੀਤਾ ਤੇ ਅੰਦਰੋਂ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ, ਕਿਉਂਕਿ ਇਹ ਉਸ ਨੂੰ ਨਵੀਂ ਜ਼ਿੰਦਗੀ ਦਿਵਾਉਣ ਵਾਲਾ ਸੀ। ਸੋਚ ਕੇ ਉਹ ਨੱਚਦੀ ਰਹੀ ਤੇ ਫਿਰ ਉਹ ਆਦਮੀ ਸਵੇਰ ਦਾ ਸੂਰਜ ਨਿਕਲਣ ਤੇ ਪੈਸੇ ਦੇ ਕੇ ਉਸ ਨੂੰ ਘਰੇ ਛੱਡ ਗਿਆ। ਉਹ ਇੱਕ ਦਿਨ ਵਿੱਚ ਇੰਨੇ ਪੈਸੇ ਲੈ ਆਈ ਸੀ ਜਿੰਨੇ ਕਿ ਕੋਈ ਸ਼ਰੀਫ ਆਦਮੀ ਪੂਰੇ ਮਹੀਨੇ 'ਚ ਮਿਹਨਤ ਕਰਕੇ ਵੀ ਨਹੀਂ ਕਮਾ ਸਕਦਾ ਸੀ। ਇਸ ਲਈ ਉਹ ਆਪਣੇ ਕੰਮ ਵਿੱਚ ਪੱਕੀ ਹੋ ਗਈ ਤੇ ਉਸਨੇ ਸੋਚ ਲਿਆ ਕਿ ਹੁਣ ਮੈਂ ਇਹੀ ਕੰਮ ਕਰਾਂਗੀ। ਉਹ ਬਿਲਕੁਲ ਆਪਣੀ ਮਾਂ ਵਰਗੀ ਸੀ। ਇਸ ਲਈ ਉਸਨੇ ਆਪਣੀ ਮਾਂ ਦੀ ਥਾਂ ਲੈਣ 'ਚ ਜ਼ਿਆਦਾ ਸਮਾਂ ਨਹੀਂ ਲਾਇਆ। ਉਸਨੇ ਸਾਰੀ ਉਮਰ ਆਪਣੀ ਮਾਂ ਦਾ ਨਾਚ ਦੇਖਿਆ ਸੀ। ਇਸ ਕਰਕੇ ਉਹ ਆਪਣੀ ਮਾਂ ਵਾਂਗ ਹੀ ਨੱਚਦੀ ਸੀ ਅਤੇ ਉਸਦੇ ਪੈਰ ਵੀ ਉਸ ਵਰਗੇ ਹੀ ਸੀ। ਜਿਸ ਮਹਿਫਲ ਵਿੱਚ ਜਾਂਦੀ ਉਸ ਦੀ ਜਾਨ ਬਣ ਜਾਂਦੀ, ਲੇਕਿਨ ਇਹ ਕੰਮ ਉਸ ਨੂੰ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਆਦਮੀ ਆਨੇ ਬਹਾਨੇ ਉਸ ਦੇ ਨੇੜੇ ਜਾਂਦੇ ਤੇ ਜਦੋਂ ਉਹ ਨੱਚਦੀ ਤਾਂ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਤੇ ਆਪਣੇ ਕਮਰੇ ਵਿੱਚ ਉਸ ਦਾ ਨਾਚ ਰਖਵਾਉਂਦੇ ਤੇ ਕਦੀ-ਕਦੀ ਤਾਂ ਜ਼ਬਰਦਸਤੀ ਉਸ ਨਾਲ ਫੋਟੋ ਖਿਚਵਾਉਣ ਦੇ ਬਹਾਨੇ ਇੰਨੇ ਨੇੜੇ ਆ ਜਾਂਦੇ ਕਿ ਉਸ ਲਈ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ। ਪਰ ਉਹ ਕੁਝ ਨਾ ਕਰ ਸਕਦੀ, ਕਿਉਂਕਿ ਉਸ ਨੂੰ ਇਸ ਕੰਮ ਦੇ ਪੈਸੇ ਮਿਲਦੇ ਸੀ। ਉਹ ਆਪਣੀ ਮਾਂ ਵਰਗੀ ਹੁੰਦੀ ਜਾ ਰਹੀ ਸੀ। ਸਾਰਾ ਦਿਨ ਸੁੱਤੀ ਰਹਿੰਦੀ ਤੇ ਸਾਰੀ ਰਾਤ ਮਹਿਫਲ ਵਿੱਚ ਖੂਬ ਰੌਣਕ ਲਾਉਂਦੀ ਸੀ। ਉਸ ਕੋਲ ਬਹੁਤ ਪੈਸਾ ਆ ਗਿਆ ਸੀ। ਜੇ ਨਹੀਂ ਸੀ ਤਾਂ ਉਸ ਕੋਲ ਸਕੂਨ ਨਹੀਂ ਸੀ। ਹਰ ਵਕਤ ਉਸ ਦੀ ਆਤਮਾ ਬੇਚੈਨ ਰਹਿੰਦੀ। ਹੁਣ ਉਸ ਨੂੰ ਸਮਝ ਆ ਗਿਆ ਸੀ ਕਿ ਇਸ ਲਈ ਉਸ ਦੀ ਮਾਂ ਉਸ ਨੂੰ ਇਹ ਕੰਮ ਕਰਨ ਤੋਂ ਮਨਾ ਕਰਦੀ ਸੀ। ਉਸ ਨੇ ਆਪਣੀ ਮਾਂ ਨੂੰ ਬੇਚੈਨ ਅਤੇ ਤੜਫਦੇ ਹੋਏ ਦੇਖਿਆ ਸੀ। ਸ਼ਾਇਦ ਉਸ ਦੀ ਮਾਂ ਇਹ ਕੰਮ ਖੁਸ਼ੀ ਨਾਲ ਨਹੀਂ ਕਰਦੀ ਹੋਣੀ। ਖੈਰ, ਹੁਣ ਇਸ ਕੰਮ ਤੋਂ ਬਿਨਾਂ ਉਸ ਕੋਲ ਹੋਰ ਕੁਝ ਨਹੀਂ ਸੀ। ਇਸ ਲਈ ਮਜਬੂਰੀ ਵਿੱਚ ਉਸ ਨੂੰ ਇਹ ਸਹੀ ਕੰਮ ਲੱਗ ਰਿਹਾ ਸੀ। ਅਤੇ ਫਿਰ ਇੱਕ ਦਿਨ ਕਮਿਸ਼ਨਰ ਦੇ ਮੁੰਡੇ ਦਾ ਵਿਆਹ ਸੀ। ਵਿਆਹ ਤੋਂ ਇੱਕ ਰਾਤ ਪਹਿਲਾਂ ਆਦਮੀਆਂ ਨੇ ਮਹਿਫਲ ਰੱਖੀ ਸੀ। ਇਸ ਮਹਿਫਲ ਵਿੱਚ ਉਸ ਨੂੰ ਖਾਸ ਤੌਰ ਤੇ ਬੁਲਾਇਆ ਗਿਆ ਸੀ। ਉਹ ਤਿਆਰ ਹੋ ਕੇ ਇੰਤਜ਼ਾਰ ਕਰ ਰਹੀ ਸੀ ਉਸ ਲਈ ਕੋਈ ਗੱਡੀ ਆਵੇਗੀ, ਕਿਉਂਕਿ ਉਹਨੂੰ ਜੋ ਵੀ ਮਹਿਫਲ ਵਿੱਚ ਬੁਲਾਉਂਦਾ ਉਸ ਨੂੰ ਘਰੋਂ ਲੈ ਕੇ ਜਾਂਦਾ ਤੇ ਘਰ ਹੀ ਛੱਡ ਕੇ ਜਾਂਦਾ। ਜਿੱਦਾਂ ਹੀ ਦਰਵਾਜ਼ਾ ਖੜਕਿਆ, ਉਸ ਨੇ ਜਲਦੀ ਨਾਲ ਜਿੰਦਾ ਲਿੱਤਾ ਤੇ ਬਾਹਰ ਨਿਕਲੀ ਤਾਂ ਦੇਖਿਆ ਇੱਕ ਪੁਲਿਸ ਵਾਲਾ ਉਸ ਨੂੰ ਲੈਣ ਲਈ ਖੜਾ ਸੀ। ਉਸ ਨੇ ਇੱਕ ਨਜ਼ਰ ਉਸ ਵੱਲ ਦੇਖਿਆ ਤੇ ਫਿਰ ਨਜ਼ਰਾਂ ਚੁਰਾਉਣ ਲੱਗਿਆ। ਸ਼ਾਇਦ ਉਸ ਦੀ ਖੂਬਸੂਰਤੀ ਤੋਂ ਨਜ਼ਰ ਚੁਰਾ ਰਿਹਾ ਸੀ ਤੇ ਫਿਰ ਉਸ ਦੇ ਪੇਸ਼ੇ ਦੀ ਵਜ੍ਹਾ ਨਾਲ ਉਸ ਤੋਂ ਉਸ ਨੂੰ ਨਫ਼ਰਤ ਮਹਿਸੂਸ ਹੋ ਰਹੀ ਸੀ। ਉਹ ਸਮਝ ਨਹੀਂ ਪਾਈ। ਉਹ ਉਸ ਦੇ ਨਾਲ ਗੱਡੀ 'ਚ ਬਹਿ ਕੇ ਚਲੀ ਗਈ। ਸਾਰਾ ਰਾਸਤਾ ਖਾਮੋਸ਼ੀ ਵਿੱਚ ਬੀਤ ਗਿਆ। ਉਹ ਬਹੁਤ ਹੀ ਸੋਹਣਾ ਪੁਲਿਸ ਵਾਲਾ ਅਫਸਰ ਸੀ। ਉਸ ਦੀ ਨਜ਼ਰ ਬਾਰ-ਬਾਰ ਉਸ ਦੇ ਉੱਤੇ ਪੈ ਰਹੀ ਸੀ ਕਿ ਜੇਕਰ ਅਜਿਹਾ ਇੱਜ਼ਤਦਾਰ ਪੁਲਿਸ ਵਾਲਾ ਕਿਸੇ ਦਾ ਹਮਸਫ਼ਰ ਬਣ ਜਾਵੇ ਤਾਂ ਕਿੰਨਾ ਵਧੀਆ ਹੋਵੇ, ਅਤੇ ਕਿਸੇ ਵੀ ਔਰਤ ਦੀ ਜ਼ਿੰਦਗੀ ਵਿੱਚ ਸ਼ਾਮਲ ਹੋ ਜਾਵੇ ਤਾਂ ਉਹ ਕਿੰਨੀ ਭਾਗਾਂ ਵਾਲੀ ਹੋਵੇਗੀ। ਇਹੀ ਗੱਲ ਉਸ ਦੇ ਦਿਲੋਂ ਦਿਮਾਗ ਵਿੱਚ ਚੱਲ ਰਹੀ ਸੀ ਕਿ ਇੱਕ ਪੁਲਿਸ ਵਾਲੇ ਘਰ ਵਾਲੇ ਨਾਲ ਉਸ ਔਰਤ
ਕਿੰਨੀ ਸੁਰੱਖਿਅਤ ਹੁੰਦੀ ਹੋਵੇਗੀ। ਉਹ ਤਾਂ ਬਿਲਕੁਲ ਸੁਰੱਖਿਅਤ ਨਹੀਂ ਸੀ। ਹਰ ਮਹਿਫਲ ਵਿੱਚ ਨਾ ਜਾਣੇ ਕਿੰਨੇ ਹੀ ਆਦਮੀ ਉਸ ਨਾਲ ਕੀ ਕੁਝ ਕਰ ਜਾਂਦੇ, ਜਿਸ ਨੂੰ ਦੱਸਦੇ ਹੋਏ ਵੀ ਉਸ ਨੂੰ ਸ਼ਰਮ ਆਉਂਦੀ ਸੀ। ਉਹ ਮਹਿਫਲ ਵਿੱਚ ਪਹੁੰਚੀ ਤਾਂ ਉਸ ਨੂੰ ਦੇਖ ਕੇ ਹਰ ਕੋਈ ਤਾਲੀਆਂ ਵਜਾ ਰਿਹਾ ਸੀ। ਹਰ ਤਰਫ ਤੋਂ ਸੀਟੀਆਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਬਹੁਤ ਰੌਲਾ ਪਿਆ, ਗਾਣੇ ਚਲਾਏ ਗਏ ਤੇ ਫਿਰ ਉਸ ਦੇ ਨੱਚਣ ਨਾਲ ਉੱਥੇ ਮੌਜੂਦ ਇੱਕ ਇਨਸਾਨ ਝੂਮਣ ਲੱਗਿਆ ਸੀ। ਲੇਕਿਨ ਜੇ ਕੋਈ ਚੁੱਪ ਸੀ ਤਾਂ ਸਿਰਫ ਉਹ ਪੁਲਿਸ ਆਫਿਸਰ, ਜੋ ਕਿ ਬਹੁਤ ਦੂਰ ਖੜਾ ਬਸ ਉਸ ਨੂੰ ਹੀ ਦੇਖ ਰਿਹਾ ਸੀ। ਪਰ ਉਸ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਸੀ ਤੇ ਨਾ ਹੀ ਕੋਈ ਜੋਸ਼। ਉਹ ਬਿਲਕੁਲ ਚੁੱਪ ਸੀ, ਜਿਸ ਤਰ੍ਹਾਂ ਉਸ ਨੂੰ ਦੇਖ ਰਿਹਾ ਸੀ ਏਦਾਂ ਲੱਗ ਰਿਹਾ ਸੀ ਜਿੱਦਾਂ ਉਸ ਨੂੰ ਇਹ ਸਭ ਕੁਝ ਪਸੰਦ ਨਹੀਂ ਆ ਰਿਹਾ ਸੀ। ਨੱਚਦੇ ਨੱਚਦੇ ਉਸ ਨੇ ਉਹਦੇ ਵੱਲ ਦੇਖਿਆ ਤਾਂ ਉਸ ਦੇ ਦਿਲ ਵਿੱਚ ਉਸ ਲਈ ਇੱਜ਼ਤ ਵੱਧ ਗਈ। ਵਾਕਈ ਹੀ ਉਹ ਬਹੁਤ ਹੀ ਸ਼ਰੀਫ ਤੇ ਚੰਗਾ ਇਨਸਾਨ ਸੀ। ਸ਼ਾਇਦ ਉਹ ਆਪਣੀ ਡਿਊਟੀ ਦੀ ਵਜ੍ਹਾ ਨਾਲ ਇੱਥੇ ਖੜਾ ਸੀ, ਕਿਉਂਕਿ ਇਹ ਕਮਿਸ਼ਨਰ ਦੇ ਮੁੰਡੇ ਦਾ ਵਿਆਹ ਸੀ, ਇਸ ਲਈ ਉਹ ਇਹ ਸਭ ਦਾ ਹਿੱਸਾ ਸੀ। ਏਦਾਂ ਹੀ ਸਵੇਰ ਹੋ ਗਈ। ਫਿਰ ਉਹ ਸਵੇਰੇ ਉਸ ਨੂੰ ਛੱਡਣ ਲਈ ਘਰ ਤੱਕ ਲੈ ਕੇ ਆਇਆ ਤੇ ਉਸ ਨੂੰ ਗੱਡੀ 'ਚ ਉਤਾਰਦੇ ਹੋਏ ਕਹਿਣ ਲੱਗਾ, ਤੁਸੀਂ ਬਹੁਤ ਸੋਹਣੇ ਹੋ, ਇਹ ਸਭ ਕੁਝ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਉਸ ਦੀ ਗੱਲ ਸੁਣ ਕੇ ਉਹ ਸ਼ਰਮਿੰਦਗੀ ਨਾਲ ਸਿਰ ਝੁਕਾ ਲਿਆ ਅਤੇ ਕਿਹਾ ਕਿ ਇਸ ਤੋਂ ਬਿਨਾਂ ਮੈਨੂੰ ਕੁਝ ਨਹੀਂ ਆਉਂਦਾ ਅਤੇ ਨਾ ਹੀ ਇਹ ਦੁਨੀਆ ਕੋਈ ਹੋਰ ਕੰਮ ਮੈਨੂੰ ਕਰਨ ਦਿੰਦੀ ਹੈ। ਜਦੋਂ ਉਹ ਘਰ ਵਿੱਚ ਵੜੀ ਤਾਂ ਉਹ ਵਾਪਸ ਚਲਾ ਗਿਆ, ਪਰ ਉਸ ਦੇ ਦਿਲ ਤੇ ਉਸ ਦੀ ਪਰਛਾਈ ਛਾ ਗਈ ਸੀ। ਉਹ ਸੋਚ ਰਹੀ ਸੀ ਕਿ ਪਤਾ ਨਹੀਂ ਹੁਣ ਉਹ ਮੈਨੂੰ ਕਦੋਂ ਦਿਸੂਗਾ। ਤੇ ਫਿਰ ਅਗਲੀ ਸਵੇਰ ਉਸ ਦੇ ਦਰਵਾਜ਼ੇ ਤੇ ਦਸਤਕ ਹੋਈ। ਉਸ ਨੇ ਦੇਖਿਆ ਕਿ ਫੁੱਲਾਂ ਦੇ ਗੁਲਦਸਤੇ ਨਾਲ ਕੀਮਤੀ ਤੋਹਫ਼ਾ ਸੀ। ਉਹ ਹੈਰਾਨ ਹੋਈ ਕਿ ਇਹ ਕਿਸ ਨੇ ਭੇਜਿਆ ਹੈ ਤੇ ਜਦੋਂ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਇੱਕ ਕਾਰਡ ਸੀ। ਉਸ ਵਿੱਚ ਲਿਖਿਆ ਸੀ ਕਿ ਤੁਹਾਨੂੰ ਇਹ ਸਭ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਉਸ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ ਸੀ, ਕਿਉਂਕਿ ਇਹ ਸ਼ਬਦਾਂ ਉਸ ਨੂੰ ਪਤਾ ਲੱਗਿਆ ਸੀ ਕਿ ਇਹ ਤੋਹਫ਼ਾ ਮੈਨੂੰ ਕਿਸ ਨੇ ਭੇਜਿਆ ਸੀ। ਮੇਰੇ ਦਿਲ ਖੁਸ਼ੀ ਨਾਲ ਖਿਲ ਗਿਆ ਸੀ। ਏਦਾਂ ਲੱਗ ਰਿਹਾ ਸੀ ਜਿੱਦਾਂ ਉਸ ਦੇ ਬੰਜਰ ਜ਼ਮੀਨ ਜ਼ਿੰਦਗੀ ਵਿੱਚ ਬਹਾਰ ਆ ਗਈ ਹੋਵੇ। ਮੈਂ ਉਸ ਨੂੰ ਚੁੱਕਿਆ। ਉਹ ਇੱਕ ਝਾਂਜਰ ਸੀ। ਉਸ ਨੇ ਜਲਦੀ ਨਾਲ ਆਪਣੇ ਪੈਰਾਂ ਵਿੱਚ ਪਾ ਲਈ ਤੇ ਕਾਸ਼ ਇਹ ਇਨਸਾਨ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਤੇ ਹਮੇਸ਼ਾ ਲਈ ਮੈਨੂੰ ਅਪਣਾ ਲੈਂਦਾ। ਉਹ ਦਿਲ ਵਿੱਚ ਪ੍ਰਾਰਥਨਾ ਕਰ ਰਹੀ ਸੀ ਤੇ ਸ਼ਾਇਦ ਪ੍ਰਾਰਥਨਾ ਕਬੂਲ ਹੋਣ ਦਾ ਕੋਈ ਪਲ ਸੀ, ਕਿਉਂਕਿ ਉਸ ਦਿਨ ਦੇ ਬਾਅਦ ਇਸ ਤਰ੍ਹਾਂ ਦੇ ਤੋਹਫ਼ੇ ਆਉਣੇ ਸ਼ੁਰੂ ਹੋ ਗਏ ਸੀ। ਫਿਰ ਇੱਕ ਦਿਨ ਉਹ ਆਪ ਆ ਗਿਆ ਤੇ ਉਸ ਨੂੰ ਦੇਖ ਕੇ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਹੁਣ ਉਹ ਰੋਜ਼ ਹੀ ਮਿਲਣ ਲੱਗੇ। ਉਹ ਚਾਹੁੰਦਾ ਸੀ ਕਿ ਉਹ ਕੁੜੀ ਇੱਜ਼ਤ ਦੀ ਜ਼ਿੰਦਗੀ ਗੁਜ਼ਾਰੇ। ਇਸ ਨਾਚ ਗਾਣੇ ਤੋਂ ਨਿਕਲ ਕੇ ਉਹ ਵੀ ਚਾਹੁੰਦੀ ਸੀ। ਇਸ ਲਈ ਉਸ ਨੇ ਉਸ ਦਿਨ ਵਿਆਹ ਦੀ ਗੱਲ ਕੀਤੀ ਤੇ ਉਹ ਵਿਆਹ ਲਈ ਤਿਆਰ ਹੋ ਗਿਆ। ਇਸ ਤੋਂ ਬਾਅਦ ਕਿ ਉਸ ਲਈ ਕੀ ਹੋ ਸਕਦਾ ਸੀ, ਕਿਉਂਕਿ ਉਸ ਨੂੰ ਹਮੇਸ਼ਾ ਲਈ ਸੁਰੱਖਿਆ ਮਿਲਣ ਵਾਲੀ ਸੀ। ਤੇ ਫਿਰ ਇੱਕ ਦਿਨ ਉਸ ਨੇ ਚੋਰੀ ਨਾਲ ਉਸ ਨਾਲ ਵਿਆਹ ਕਰ ਲਿਆ। ਹੁਣ ਉਹ ਉਹਦੇ ਘਰ ਜਾਣਾ ਚਾਹੁੰਦੀ ਸੀ। ਉਸ ਦੇ ਘਰ ਜਾ ਕੇ ਇੱਕ ਇੱਜ਼ਤ ਭਰੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ। ਉਸ ਨੇ ਕਿਹਾ ਕਿ ਉਹ ਅਗਲੇ ਦਿਨ ਮੈਨੂੰ ਆਪਣੇ ਨਾਲ ਲੈ ਕੇ ਜਾਏਗਾ। ਆਪਣਾ ਸਾਰਾ ਘਰ ਬੰਦ ਕਰ ਦਿੱਤਾ ਤੇ ਕੁਝ ਜ਼ਰੂਰੀ ਸਮਾਨ ਚੁੱਕਿਆ ਅਤੇ ਉਸ ਦਾ ਇੰਤਜ਼ਾਰ ਕਰਨ ਲੱਗੀ। ਰਾਤ ਦੇ ਹਨੇਰੇ ਵਿੱਚੋਂ ਉਸ ਨੂੰ ਲੈਣ ਲਈ ਆਇਆ। ਉਹ ਉਸ ਨੂੰ ਲੈ ਕੇ ਇੱਕ ਬਹੁਤ ਦੂਰ-ਦਰਾਜ਼ ਇਲਾਕੇ ਵਿੱਚ ਪਹੁੰਚ ਗਿਆ, ਜਿੱਥੇ ਇੱਕ ਛੋਟਾ ਜਿਹਾ ਘਰ ਸੀ। ਜਦੋਂ ਉਸ ਦੇ ਅੰਦਰ ਵੜੀ ਤਾਂ ਕੁਝ ਹੈਰਾਨ ਹੋਈ, ਕਿਉਂਕਿ ਉੱਥੇ ਬਹੁਤ ਸਾਰੀਆਂ ਲੇਡੀ ਪੁਲਿਸ ਬੈਠੀ ਸੀ। ਘਰ ਦੇ ਅੰਦਰ ਇੱਕ ਲੇਡੀ ਪੁਲਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ ਸੀ ਕਿ ਉਸ ਦਾ ਘਰਵਾਲਾ ਹਾਲੇ ਤੱਕ ਉਸ ਦੇ ਨਾਲ ਅੰਦਰ ਨਹੀਂ ਸੀ ਆਇਆ। ਉਹ ਗੱਡੀ ਲੌਕ ਕਰਨ ਲਈ ਰੁਕਿਆ ਸੀ। ਉਹ ਪੁਲਿਸ ਵਾਲੀ ਔਰਤ ਉਸ ਨੂੰ ਜ਼ਬਰਦਸਤੀ ਕਮਰੇ ਵਿੱਚ ਲੈ ਗਈ ਤੇ ਫਿਰ ਉਸ ਦੀ ਜਾਨ ਨਿਕਲ ਗਈ। ਉਸ ਦੀਆਂ ਚੀਕਾਂ ਨਾਲ ਸਾਰਾ ਘਰ ਗੂੰਜ ਰਿਹਾ ਸੀ। 2 ਘੰਟੇ ਤਕਲੀਫ ਵਿੱਚ ਬਿਤਾਉਣ ਤੋਂ ਬਾਅਦ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਏਦਾਂ ਕਿਉਂ ਹੋਇਆ। ਉਸ ਨੇ ਤਾਂ ਆਪਣੀ ਖੁਸ਼ੀ ਦੇ ਨਾਲ ਆਪਣੇ ਆਪ ਨੂੰ ਸੁਰੱਖਿਆ ਦੇਣ ਲਈ ਰਾਜ ਦੇ ਨਾਲ ਵਿਆਹ ਕੀਤਾ ਸੀ, ਪਰ ਨਾ ਜਾਣੇ ਉਹ ਕਿੱਥੇ ਚਲਿਆ ਗਿਆ ਸੀ ਤੇ ਉਸ ਨੂੰ
ਇਹਨਾਂ ਔਰਤਾਂ ਦੇ ਸਹਾਰੇ ਛੱਡ ਗਿਆ। ਉਹ ਔਰਤਾਂ ਉਸ ਨੂੰ ਟੌਰਚਰ ਕਰ ਰਹੀਆਂ ਸੀ ਅਤੇ ਉਸ ਤੋਂ ਸਵਾਲ ਕਰ ਰਹੀਆਂ ਸੀ ਜਿਸ ਦੇ ਜਵਾਬ ਉਸ ਕੋਲ ਨਹੀਂ ਸੀ। ਉਹ ਇੱਕ ਵੀ ਸਵਾਲ ਦਾ ਜਵਾਬ ਨਾ ਦੇ ਸਕੀ। ਉਹਨਾਂ ਵਿੱਚੋਂ ਇੱਕ ਲੇਡੀ ਇੰਸਪੈਕਟਰ ਨੇ ਕਿਸੇ ਨੂੰ ਫੋਨ ਮਿਲਾਇਆ ਤੇ ਕਹਿਣ ਲੱਗੀ, ਇਹ ਕੋਈ ਸਿੱਧੀ ਸਾਦੀ ਕੁੜੀ ਨਹੀਂ, ਤੂੰ ਇਸ ਨੂੰ ਮਾਸੂਮ ਕਹਿ ਰਿਹਾ ਹੈ। ਇਹ ਆਪਣੀ ਜ਼ੁਬਾਨ ਖੋਲ੍ਹਣ ਨੂੰ ਤਿਆਰ ਨਹੀਂ। ਅਸੀਂ ਇਸ ਨੂੰ ਹਰ ਤਰ੍ਹਾਂ ਦੇ ਟੌਰਚਰ ਕਰ ਚੁੱਕੇ ਹਾਂ। ਹੁਣ ਤੂੰ ਆ ਕੇ ਇਸ ਦੀ ਜ਼ੁਬਾਨ ਆਪ ਖਲਵਾ। ਉਸ ਔਰਤ ਦੇ ਮੂੰਹ ਤੋਂ ਰਾਜ਼ ਦਾ ਨਾਂ ਸੁਣ ਕੇ ਉਸ ਦਾ ਮੱਥਾ ਠਣਕਿਆ ਤੇ ਸੋਚਣ ਲੱਗੀ ਕਿ ਰਾਜ ਆਖਰ ਮੇਰੇ ਤੋਂ ਕੀ ਚਾਹੁੰਦਾ ਹੈ। ਉਸਨੇ ਮੇਰੇ ਨਾਲ ਵਿਆਹ ਕਿਉਂ ਕੀਤਾ? ਮੈਨੂੰ ਤਾਂ ਲੱਗਿਆ ਸੀ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ, ਇਸ ਲਈ ਉਸਨੇ ਮੇਰੇ ਨਾਲ ਵਿਆਹ ਕੀਤਾ ਹੈ। ਪਰ ਹੁਣ ਉਸ ਨੂੰ ਸਮਝ ਆ ਰਿਹਾ ਸੀ ਕਿ ਅਸਲ ਵਿੱਚ ਕੁਝ ਹੋਰ ਸੀ। ਪਿਛਲੇ 2 ਘੰਟਿਆਂ ਤੋਂ ਔਰਤਾਂ ਜਿਸ ਤਰ੍ਹਾਂ ਉਸ ਤੋਂ ਸਵਾਲ ਕਰ ਰਹੀਆਂ ਸੀ ਅਤੇ ਉਸ ਦੇ ਜਵਾਬ ਉਸ ਨੂੰ ਨਹੀਂ ਪਤਾ ਸੀ, ਤੇ ਜੇ ਰਾਜ ਵੀ ਉਸ ਤੋਂ ਜਾਣਨਾ ਚਾਹੁੰਦਾ ਤਾਂ ਵੀ ਉਹ ਕੋਈ ਜਵਾਬ ਨਾ ਦੇ ਸਕਦੀ। ਕੁਝ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਰਾਜ ਅੰਦਰ ਆਇਆ। ਉਸ ਨੇ ਉਹਨਾਂ ਔਰਤਾਂ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ। ਉਹ ਸਾਰੀਆਂ ਔਰਤਾਂ ਬਾਹਰ ਚਲੀਆਂ ਗਈਆਂ। ਰਾਜ ਕੋਲ ਜਾ ਕੇ ਬੈਠ ਗਿਆ ਤੇ ਕਹਿਣ ਲੱਗਿਆ, ਮੈਂ ਤੇਰੇ ਨਾਲ ਕੁਝ ਗਲਤ ਨਹੀਂ ਕਰਨਾ ਚਾਹੁੰਦਾ। ਜੇ ਤੂੰ ਇਹਨਾਂ ਔਰਤਾਂ ਨੂੰ ਸਿੱਧੇ ਤਰੀਕੇ ਨਾਲ ਸਾਰੀ ਗੱਲ ਦੱਸ ਦਿੰਦੀ ਤਾਂ ਤੈਨੂੰ ਇੰਨਾ ਟੌਰਚਰ ਨਾ ਸਹਿਣਾ ਪੈਂਦਾ। ਮੈਂ ਤੈਨੂੰ ਸੱਚ ਵਿੱਚ ਪਿਆਰ ਕਰਦਾ, ਤੈਨੂੰ ਦਰਦ ਵਿੱਚ ਨਹੀਂ ਦੇਖ ਸਕਦਾ, ਇਸ ਲਈ ਮੈਂ ਚਲਿਆ ਗਿਆ ਸੀ। ਪਰ ਮੈਨੂੰ ਨਹੀਂ ਪਤਾ ਸੀ ਕਿ ਤੂੰ ਇੰਨੀ ਜਿੱਦੀ ਹੈ, ਇਹਨਾਂ ਸਵਾਲਾਂ ਦੇ ਜਵਾਬ ਨਹੀਂ ਦੇਵੇਂਗੀ। ਉਸ ਨੂੰ ਰੋਂਦੇ ਹੋਏ ਰਾਜ ਨੂੰ ਕਿਹਾ, ਤੂੰ ਮੇਰੇ ਨਾਲ ਧੋਖਾ ਕੀਤਾ। ਵਿਆਹ ਦੇ ਨਾਂ ਤੇ ਤੂੰ ਮੈਨੂੰ ਇਹਨਾਂ ਔਰਤਾਂ ਦੇ ਹਵਾਲੇ ਕਰ ਗਿਆ। ਇਹ ਕੀ ਪੁੱਛਣਾ ਚਾਹੁੰਦੀਆਂ ਨੇ, ਮੈਨੂੰ ਸੱਚ ਵਿੱਚ ਨਹੀਂ ਪਤਾ। ਮੈਂ ਨਹੀਂ ਜਾਣਦੀ ਕਿ ਉਹ ਕਿਹੜਾ ਰਾਜ ਹੈ ਜੋ ਇਹ ਮੈਥੋਂ ਪੁੱਛਣਾ ਚਾਹੁੰਦੀਆਂ ਨੇ। ਮੈਂ ਤਾਂ ਇੱਜ਼ਤ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਸੀ, ਇਸ ਲਈ ਤੇਰੇ ਪਿਆਰ ਵਿੱਚ ਆਪਣੇ ਆਪ ਨੂੰ ਤਬਾਹ ਕਰ ਲਿਆ। ਲੇਕਿਨ ਤੇਰੇ ਤੋਂ ਚੰਗੇ ਤਾਂ ਉਹ ਆਦਮੀ ਨੇ ਜੋ ਪੈਸੇ ਦੇ ਕੇ ਨੱਚਣ ਲਈ ਬੁਲਾਉਂਦੇ ਨੇ। ਘੱਟੋ ਘੱਟ ਮੇਰਾ ਭਰੋਸਾ ਤਾਂ ਨਹੀਂ ਤੋੜਦੇ। ਮੇਰੀ ਗੱਲ ਸੁਣ ਕੇ ਰਾਜ ਕੁਝ ਪਲਾਂ ਲਈ ਚੁੱਪ ਹੋ ਗਿਆ। ਫਿਰ ਉਸ ਦੇ ਮੂੰਹ ਚੋਂ ਨਿਕਲਦੇ ਖੂਨ ਨੂੰ ਉਸਨੇ ਆਪਣੇ ਹੱਥ ਵਿੱਚ ਫੜੇ ਰੁਮਾਲ ਨਾਲ ਪੋੰਛਿਆ ਤੇ ਕਹਿਣ ਲੱਗਿਆ, ਮੈਂ ਵੀ ਸੱਚ ਵਿੱਚ ਤੇਰੇ ਨਾਲ ਪਿਆਰ ਕਰਦਾ, ਪਰ ਆਪਣੇ ਫਰਜ਼ ਤੇ ਜ਼ਿੰਮੇਦਾਰੀਆਂ ਦੀ ਵਜ੍ਹਾ ਨਾਲ ਮੈਂ ਮਜਬੂਰ ਹਾਂ। ਮੈਂ ਤੇਰੇ ਪਿੱਛੇ ਇਸ ਲਈ ਲਾਇਆ ਗਿਆ ਸੀ ਤਾਂ ਕਿ ਮੈਂ ਤੇਰੇ ਤੋਂ ਰਾਜ ਹਾਸਲ ਕਰ ਲਵਾਂ, ਜੋ ਰਾਜ ਤੇਰੀ ਮਾਂ ਨੇ ਮਰਨ ਤੋਂ ਪਹਿਲਾਂ ਸਾਨੂੰ ਨਹੀਂ ਦੱਸਿਆ। ਪਰ ਤੂੰ ਆਪਣੀ ਮਾਂ ਦੀ ਤਰ੍ਹਾਂ ਬਹੁਤ ਪੱਕੀ ਹੈ। ਉਸ ਨੇ ਰਾਜ ਨੂੰ ਕਿਹਾ, ਮੈਨੂੰ ਸੱਚ ਵਿੱਚ ਨਹੀਂ ਪਤਾ ਕਿ ਤੁਸੀਂ ਕਿਸ ਫਾਈਲ ਦੀ ਗੱਲ ਕਰ ਰਹੇ ਹੋ। ਨਾ ਹੀ ਮੈਂ ਆਪਣੀ ਮਾਂ ਦੇ ਕੋਲ ਕਦੇ ਕੋਈ ਲਾਲ ਰੰਗ ਦੀ ਫਾਈਲ ਦੇਖੀ ਹੈ ਤੇ ਨਾ ਹੀ ਮੇਰੀ ਮਾਂ ਪੜ੍ਹੀ ਲਿਖੀ ਸੀ। ਅਸੀਂ ਕਿਸੇ ਦੇ ਘਰ ਤੋਂ ਕੋਈ ਫਾਈਲ ਕਿਉਂ ਚੋਰੀ ਕਰਦੇ ਤੇ ਤੁਸੀਂ ਕਿਉਂ ਸਾਡੇ ਤੇ ਇਲਜ਼ਾਮ ਲਾ ਰਹੇ ਹੋ? ਅਸੀਂ ਨੱਚਣ ਵਾਲੇ ਜ਼ਰੂਰ ਹਾਂ ਪਰ ਚੋਰ ਨਹੀਂ। ਮੇਰੀ ਗੱਲ ਸੁਣ ਕੇ ਰਾਜ ਹੱਸਿਆ ਤੇ ਕਹਿਣ ਲੱਗਿਆ, ਤੇਰੀ ਮਾਂ ਸਿੱਧੀ ਸਾਦੀ ਨਹੀਂ ਸੀ ਜਿੰਨਾ ਤੂੰ ਕਹਿ ਰਹੀ ਹੈ। ਉਹ ਬਹੁਤ ਚਲਾਕ ਸੀ। ਵੱਡੇ ਵੱਡੇ ਲੋਕਾਂ ਦੇ ਘਰਾਂ ਵਿੱਚ ਨੱਚਣ ਜਾਂਦੀ ਸੀ ਤੇ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਆਪਣੀ ਮੁੱਠੀ ਵਿੱਚ ਦੱਬ ਲੈਂਦੀ ਸੀ। ਏਦਾਂ ਹੀ ਇੱਕ ਸਮੇਂ ਉਸਨੇ ਮਨਿਸਟਰ ਦੇ ਘਰ ਵਿੱਚ ਬਹੁਤ ਜ਼ਰੂਰੀ ਚੋਰੀ ਕਰ ਲਈ ਸੀ। ਸ਼ਾਇਦ ਵਿਆਹ ਵਾਲੇ ਘਰ 'ਚ ਉਸ 'ਤੇ ਕੋਈ ਨਜ਼ਰ ਨਾ ਰੱਖ ਸਕਿਆ ਤੂੰ ਇੰਨੀ ਜ਼ਰੂਰੀ ਫਾਈਲ ਚੋਰੀ ਕਰਕੇ ਲੈ ਆਈ। ਉਸ ਫਾਈਲ ਵਿੱਚ ਬਹੁਤ ਹੀ ਖੁਫੀਆ ਕਾਗਜ਼ ਸੀ ਜੋ ਸਰਕਾਰੀ ਨੇ। ਜੇ ਉਹ ਫਾਈਲ ਨਾ ਮਿਲੀ ਤਾਂ ਬਹੁਤ ਔਖਾ ਹੋ ਜਾਣਾ, ਇਸ ਲਈ ਉਹ ਫਾਈਲ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਦਿਨ ਮੈਂ ਤੈਨੂੰ ਲੈਣ ਗਿਆ ਸੀ ਉਸ ਦਿਨ ਮੈਨੂੰ ਪਤਾ ਲੱਗਿਆ ਕਿ ਤੂੰ ਸਲਮਾ ਦੀ ਧੀ ਹੈ, ਇਸ ਲਈ ਮੈਂ ਜਾਣਬੁੱਝ ਕੇ ਪਿਆਰ ਦਾ ਨਾਟਕ ਕੀਤਾ ਤਾਂ ਜੋ ਤੂੰ ਮੈਨੂੰ ਉਸ ਫਾਈਲ ਬਾਰੇ ਦੱਸ ਸਕੇ। ਇਸ ਲਈ ਮੈਂ ਤੇਰੇ ਨਾਲ ਵਿਆਹ ਕੀਤਾ ਸੀ ਕਿ ਮੈਂ ਤੇਰੇ ਤੋਂ ਰਾਜ ਪੁੱਛ ਸਕਾਂ। ਸਾਡੇ ਲਈ ਉਸ ਫਾਈਲ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਇਸ ਲਈ ਮੈਂ ਤੈਨੂੰ ਇਹਨਾਂ ਲੇਡੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਨ੍ਹਾਂ ਨੂੰ ਆਪਣੇ ਵਿਆਹ ਦਾ ਨਾ ਪਤਾ ਹੁੰਦਾ ਤਾਂ ਤੇਰੇ ਨਾਲ ਹੋਰ ਵੀ ਅਤਿਆਚਾਰ ਕਰਦੀਆਂ। ਹੁਣ ਤੂੰ ਮੈਨੂੰ ਆਪ ਦੱਸ ਦੇ ਕਿ ਉਹ ਲਾਲ ਫਾਈਲ ਕਿੱਥੇ ਹੈ ਤਾਂ ਜੋ ਤੇਰੀ ਜਾਨ ਛੁੱਟ ਜਾਵੇ
ਤੇ ਤੈਨੂੰ ਮੈਂ ਆਪਣੇ ਘਰ ਲੈ ਜਾਵਾਂ। ਰਾਜ ਨੇ ਬੜੇ ਪਿਆਰ ਨਾਲ ਉਸ ਦੇ ਮੂੰਹ ਤੇ ਹੱਥ ਫੇਰਿਆ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ ਅਤੇ ਉਸ ਨੂੰ ਪੁੱਛਿਆ। ਉਸ ਨੇ ਕਿਹਾ ਕਿ ਮੈਨੂੰ ਸੱਚ ਵਿੱਚ ਨਹੀਂ ਪਤਾ ਕਿਹੜੀ ਫਾਈਲ ਕਿੱਥੇ ਹੈ। ਮੈਂ ਨਹੀਂ ਜਾਣਦੀ, ਮੈਨੂੰ ਨਹੀਂ ਪਤਾ ਕਿ ਮੇਰੀ ਮਾਂ ਨੇ ਇਹ ਕਿਹੜੀ ਹਰਕਤ ਕੀਤੀ ਸੀ। ਮੈਂ ਤਾਂ ਕਦੇ ਉਸ ਦੇ ਸਮਾਨ ਨੂੰ ਦੇਖਿਆ ਨਹੀਂ ਸੀ। ਰਾਜ ਦੇ ਹਰ ਵਾਰ ਪੁੱਛਣ ਤੇ ਉਸ ਨੇ ਇਹੀ ਜਵਾਬ ਦਿੱਤਾ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਉਸ ਦੇ ਮੂੰਹ ਤੇ ਇੱਕ ਥੱਪੜ ਮਾਰਿਆ ਤੇ ਕਹਿਣ ਲੱਗਿਆ, ਜੇ ਤੂੰ ਰਾਜ ਨਾ ਦੱਸਿਆ ਤਾਂ ਮੈਂ ਤੈਨੂੰ ਤਲਾਕ ਦੇ ਦੇਣਾ ਤੇ ਫਿਰ ਤੈਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਕਰ ਦੇਣਗੇ। ਉਸ ਦੇ ਕਦਮਾਂ ਥੱਲੋਂ ਜ਼ਮੀਨ ਖਿਸਕ ਗਈ ਸੀ ਇਸ ਡਰ ਨਾਲ ਕਿ ਉਹ ਮੈਨੂੰ ਤਲਾਕ ਨਾ ਦੇ ਦੇਵੇ। ਉਸ ਨੇ ਝੂਠ ਕਹਿ ਦਿੱਤਾ ਕਿ ਮੈਨੂੰ ਇਸ ਫਾਈਲ ਦਾ ਪਤਾ ਹੈ। ਉਸ ਦੀ ਗੱਲ ਸੁਣ ਕੇ ਉਸ ਦੇ ਚਿਹਰੇ ਤੇ ਚਮਕ ਆ ਗਈ ਤੇ ਉਸ ਨੇ ਕਿਹਾ ਕਿ ਮੇਰੀ ਮਾਂ ਨੇ ਫਾਈਲ ਚੁੱਕੀ ਸੀ, ਪਰ ਉਹ ਫਾਈਲ ਘਰ ਨਹੀਂ ਲੈ ਕੇ ਆਈ, ਰਾਸਤੇ ਵਿੱਚ ਹੀ ਕਿਸੇ ਨੂੰ ਦੇ ਦਿੱਤੀ ਸੀ। ਉਹ ਕੌਣ ਸੀ, ਮੇਰੀ ਮਾਂ ਨੇ ਇਦਾਂ ਕਿਉਂ ਕੀਤਾ, ਇਹ ਮੈਂ ਨਹੀਂ ਜਾਣਦੀ। ਮੈਂ ਪੂਰੀ ਤਰ੍ਹਾਂ ਝੂਠ ਕਹਿ ਕੇ ਆਪਣੀ ਜਾਨ ਬਚਾਈ ਸੀ ਤਾਂ ਜੋ ਸਾਡਾ ਰਿਸ਼ਤਾ ਬਚ ਜਾਵੇ। ਮੈਂ ਉਸ ਨਾਚ ਗਾਣੇ ਦੇ ਮਾਹੌਲ ਵਿੱਚ ਦੁਬਾਰਾ ਨਹੀਂ ਜਾਣਾ ਚਾਹੁੰਦੀ ਸੀ। ਲੋਕਾਂ ਦੀਆਂ ਨਜ਼ਰਾਂ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀਆਂ। ਮੈਂ ਰਾਜ ਦੇ ਨਾਲ ਆਪਣੀ ਜ਼ਿੰਦਗੀ ਨੂੰ ਜੀਣਾ ਚਾਹੁੰਦੀ ਸੀ। ਮੇਰੇ ਮੂੰਹ ਤੋਂ ਇਹ ਸਭ ਕੁਝ ਸੁਣ ਕੇ ਰਾਜ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਘਰ ਲੈ ਗਿਆ ਤੇ ਆਪਣੀ ਮਾਂ ਨਾਲ ਮਿਲਵਾਇਆ ਤੇ ਮੈਂ ਇੱਜ਼ਤ ਦੀ ਜ਼ਿੰਦਗੀ ਗੁਜ਼ਾਰਨ ਲੱਗੀ। ਮੇਰੇ ਸਹੁਰਿਆਂ ਨੂੰ ਨਹੀਂ ਪਤਾ ਸੀ ਕਿ ਰਾਜ ਮੈਨੂੰ ਕਿੱਥੋਂ ਲੈ ਕੇ ਆਇਆ ਤੇ ਮੈਂ ਕੀ ਕੰਮ ਕਰਦੀ ਸੀ। ਮੇਰੀ ਤੇ ਰਾਜ ਦੇ ਵਿਆਹ ਨੂੰ 1 ਮਹੀਨਾ ਹੋ ਗਿਆ। ਇੱਕ ਦਿਨ ਮੈਂ ਆਪਣਾ ਘਰ ਪੂਰੀ ਤਰ੍ਹਾਂ ਖਾਲੀ ਕਰਨ ਲਈ ਗਈ ਕਿਉਂਕਿ ਮਕਾਨ ਮਾਲਕ ਚਾਹੁੰਦਾ ਸੀ ਕਿ ਮੈਂ ਘਰ ਦੀ ਚਾਬੀ ਉਸ ਨੂੰ ਵਾਪਸ ਕਰਾਂ। ਇਸ ਲਈ ਮੈਂ ਆਪਣੇ ਪੁਰਾਣੇ ਘਰ ਵਿੱਚ ਉਸ ਦਿਨ ਗਈ ਤਾਂ ਜੋ ਉਹ ਕਿਸੇ ਹੋਰ ਕਿਰਾਏਦਾਰ ਨੂੰ ਉਹ ਘਰ ਦੇ ਸਕੇ। ਮੈਂ ਘਰ ਗਈ ਤਾਂ ਸਾਰਾ ਘਰ ਉਲਟਾ ਪਿਆ ਸੀ। ਮੈਂ ਜਾਣਦੀ ਸੀ ਇਹ ਕੰਮ ਰਾਜ ਦਾ ਸੀ ਤੇ ਉਸ ਦੇ ਸਾਥੀਆਂ ਦਾ ਸੀ। ਇਸ ਲਈ ਚੁੱਪਚਾਪ ਮੈਂ ਆਪਣਾ ਸਮਾਨ ਚੁੱਕਣ ਲੱਗੀ, ਆਪਣੀਆਂ ਮਾਂ ਦੀਆਂ ਯਾਦਾਂ ਨੂੰ ਇਕੱਠਾ ਕਰਦੀ ਹੋਈ। ਅਚਾਨਕ ਮੈਨੂੰ ਆਪਣੀ ਮਾਂ ਦੀ ਇੱਕ ਗੱਲ ਯਾਦ ਆਈ। ਮੇਰੀ ਮਾਂ ਨੇ ਮਰਦੇ ਸਮੇਂ ਮੇਰਾ ਹੱਥ ਫੜ ਕੇ ਰੋਂਦੇ ਹੋਏ ਮੈਨੂੰ ਕਿਹਾ ਸੀ ਕਿ ਜ਼ਿੰਦਗੀ ਵਿੱਚ ਮੈਂ ਬਹੁਤ ਕੁਝ ਗਲਤ ਕੀਤਾ, ਪਰ ਹੁਣ ਮੈਂ ਸਭ ਕੁਝ ਠੀਕ ਕਰਨਾ ਚਾਹੁੰਦੀ ਹਾਂ। ਇਸ ਲਈ ਮੈਂ ਇੱਕ ਕੀਮਤੀ ਚੀਜ਼ ਹਾਸਲ ਕੀਤੀ ਹੈ ਜਿਸ ਦੀ ਵਜ੍ਹਾ ਨਾਲ ਮੇਰੇ ਸਾਰੇ ਪਾਪ ਧੁੱਲ ਜਾਣਗੇ। ਉਸ ਵਕਤ ਮਾਂ ਦੀ ਉਹ ਗੱਲ ਮੈਨੂੰ ਸਮਝ ਆ ਗਈ ਸੀ, ਪਰ ਅੱਜ ਸਮਾਨ ਨੂੰ ਇਕੱਠੇ ਕਰਦੇ ਹੋਏ ਅਚਾਨਕ ਇਹ ਗੱਲ ਦਿਮਾਗ ਵਿੱਚ ਆਈ ਕਿ ਮਾਂ ਕਿਤੇ ਉਸ ਫਾਈਲ ਬਾਰੇ ਤਾਂ ਨਹੀਂ ਗੱਲ ਕਰ ਰਹੀ ਸੀ। ਉਸ ਫਾਈਲ ਵਿੱਚ ਅਜਿਹਾ ਕੀ ਸੀ? ਮਾਂ ਦੇ ਸਾਰੇ ਪਾਪ ਧੁੱਲ ਜਾਂਦੇ ਕਿਉਂਕਿ ਇੱਕ ਫਾਈਲ ਨੂੰ ਹਾਸਲ ਕਰਨ ਲਈ ਮਿਨਿਸਟਰ ਸਾਹਿਬ ਨੇ ਪੂਰੀ ਪੁਲਿਸ ਫੋਰਸ ਨੂੰ ਉਸ ਦੇ ਪਿੱਛੇ ਲਾਇਆ ਸੀ। ਇਹ ਸਭ ਸੋਚਦੇ ਉਸ ਨੂੰ ਆਪਣੀ ਮਾਂ ਦਾ ਜ਼ਰੂਰੀ ਸਮਾਨ ਬੰਨ੍ਹ ਲਿਆ ਅਤੇ ਬਾਕੀ ਸਭ ਕੁਝ ਉਸੇ ਵਕਤ ਕਬਾੜ ਵਾਲੇ ਨੂੰ ਬੁਲਾ ਕੇ ਵੇਚ ਦਿੱਤਾ। ਘਰ ਪੂਰੀ ਤਰ੍ਹਾਂ ਖਾਲੀ ਹੋ ਗਿਆ ਸੀ। ਉਸ ਦੀ ਮਾਂ ਉਸ ਨੂੰ ਹਮੇਸ਼ਾ ਕਹਿੰਦੀ ਸੀ ਕਿ ਜੇ ਤੈਨੂੰ ਕਦੇ ਮੇਰੀ ਯਾਦ ਆਏ ਤਾਂ ਆਪਣੇ ਪਿਓ ਦੀ ਫੋਟੋ ਨੂੰ ਸੀਨੇ ਨਾਲ ਲਾ ਲਈ। ਉਸ ਨੇ ਦੀਵਾਰ ਤੇ ਲੱਗੀ ਆਪਣੇ ਪਿਓ ਦੀ ਫੋਟੋ ਤੇ ਨਜ਼ਰ ਪਾਈ ਜੋ ਪਿਛਲੇ ਸਾਲਾਂ ਵਿੱਚ ਇੱਕ ਜਗ੍ਹਾ ਤੇ ਹੀ ਸੀ। ਉਸ ਨੇ ਕਦੇ ਆਪਣੇ ਪਿਓ ਦੀ ਫੋਟੋ ਨੂੰ ਸੀਨੇ ਨਾਲ ਨਹੀਂ ਲਾਇਆ ਸੀ ਕਿਉਂਕਿ ਉਹ ਆਪਣੇ ਪਿਓ ਨੂੰ ਬਿਲਕੁਲ ਪਿਆਰ ਨਹੀਂ ਸੀ ਕਰਦੀ। ਉਸ ਨੇ ਕਦੀ ਉਸ ਨੂੰ ਦੇਖਿਆ ਨਹੀਂ ਸੀ। ਮਾਂ ਦੀ ਯਾਦ ਆ ਰਹੀ ਸੀ, ਇਸ ਲਈ ਉਸ ਨੇ ਫੋਟੋ ਉਤਾਰ ਕੇ ਆਪਣੇ ਸੀਨੇ ਨਾਲ ਲਾ ਲਈ ਸੀ ਕਿਉਂਕਿ ਉਸ ਫੋਟੋ ਦੇ ਪਿਛਲੇ ਹਿੱਸੇ ਵਿੱਚ ਕੁਝ ਕਾਗਜ਼ ਲੱਗੇ ਸੀ। ਫਾਈਲ ਤਾਂ ਨਹੀਂ ਸੀ, ਪਰ ਕੁਝ ਕਾਗਜ਼ ਸੀ। ਉਸ ਨੇ ਜਲਦੀ ਨਾਲ ਸਾਰੇ ਕਾਗਜ਼ ਵਿੱਚ ਪਾ ਦਿੱਤੇ। ਪਤਾ ਨਹੀਂ ਕਿਉਂ ਉਸ ਨੂੰ ਏਦਾਂ ਲੱਗ ਰਿਹਾ ਸੀ ਕਿ ਇਹ ਸਭ ਮਿਲ ਕੇ ਇਸ ਨੂੰ ਹੀ ਲੱਭ ਰਹੇ ਨੇ। ਉਹ ਪੜ੍ਹੀ ਲਿਖੀ ਤਾਂ ਨਹੀਂ ਸੀ, ਬਸ ਥੋੜ੍ਹੀ ਬਹੁਤ ਹਿੰਦੀ ਉਸ ਨੂੰ ਆਉਂਦੀ ਸੀ, ਪਰ ਇਹਨਾਂ ਕਾਗਜ਼ਾਂ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਸੀ ਅਤੇ ਉਸ ਨੂੰ ਜਾਣਨਾ ਸੀ ਕਿ ਆਖਰ ਇਹਦੇ ਵਿੱਚ ਕੀ ਲਿਖਿਆ ਹੈ। ਇਸ ਨੂੰ ਜਾਣਨ ਲਈ ਉਸ ਵਿੱਚ ਕੀ ਲਿਖਿਆ ਹੈ, ਉਹ ਇਸ ਲਈ ਚੁੱਪਚਾਪ ਆਪਣੇ ਘਰ ਤੋਂ ਨਿਕਲੀ, ਜਿੰਦਾ ਲਾਇਆ ਤੇ ਆਪਣੀ ਪੁਰਾਣੀ ਸਹੇਲੀ ਦੇ ਕੋਲ ਗਈ ਜੋ ਬਹੁਤ ਪਹਿਲਾਂ ਉਸ ਨਾਲ ਸਕੂਲ ਵਿੱਚ ਪੜ੍ਹਿਆ ਕਰਦੀ ਸੀ। ਕਦੀ-ਕਦਾਰ ਉਸ ਨੂੰ ਮਿਲ ਲਿਆ ਕਰਦੀ ਸੀ,
ਪਰ ਆਪਣੇ ਘਰ ਵਾਲੇ ਦੇ ਡਰ ਦੇ ਸਾਹਮਣੇ ਉਸ ਨਾਲ ਕੋਈ ਗਹਿਰਾ ਸੰਬੰਧ ਨਹੀਂ ਬਣਾਇਆ ਸੀ। ਅਚਾਨਕ ਉਸ ਵਕਤ ਘਰ ਵਿੱਚ ਕੋਈ ਮੌਜੂਦ ਵੀ ਨਹੀਂ ਸੀ। ਉਸ ਦੀ ਸਹੇਲੀ ਇਕੱਲੀ ਸੀ ਤੇ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਉਸ ਦੇ ਵਿਆਹ ਦੀ ਖਬਰ ਉਸ ਨੂੰ ਪਹਿਲਾਂ ਹੀ ਮਿਲ ਗਈ ਸੀ। ਉਸ ਨੇ ਜਲਦੀ ਨਾਲ ਕਾਗਜ਼ ਦਿਖਾਏ ਤੇ ਕਿਹਾ ਕਿ ਮੈਨੂੰ ਪੜ੍ਹ ਕੇ ਦੱਸ ਇਸ 'ਤੇ ਕੀ ਲਿਖਿਆ ਹੈ। ਉਸ ਦੇ ਕਹਿਣ 'ਤੇ ਉਸ ਨੇ ਤੇਜ਼ੀ ਨਾਲ ਪੜ੍ਹਨਾ ਸ਼ੁਰੂ ਕੀਤਾ ਤੇ ਉਸ ਦੇ ਸਿਰ 'ਤੇ ਅਸਮਾਨ ਟੁੱਟ ਗਿਆ, ਜਿਸ ਵਿੱਚ ਮਿਨਿਸਟਰ ਦੇ ਸਾਰੇ ਕਾਲੇ ਕਾਰਨਾਮਿਆਂ ਦੀ ਗਠੜੀ ਦੀ ਸੀ। ਆਪਣੀ ਪੋਸਟ ਦਾ ਫਾਇਦਾ ਚੁੱਕ ਕੇ ਉਹ ਕੁੜੀਆਂ ਦਾ ਕਾਰੋਬਾਰ ਕਰ ਰਿਹਾ ਸੀ। ਇਸ ਗੱਲ ਦੀ ਖਬਰ ਮੇਰੀ ਮਾਂ ਨੂੰ ਹੋ ਗਈ ਸੀ ਅਤੇ ਮੇਰੀ ਮਾਂ ਨੇ ਉਹ ਫਾਈਲ ਚੁਰਾ ਲਈ ਸੀ, ਜਿਸ 'ਤੇ ਸਾਰੀ ਗੱਲ ਲਿਖੀ ਸੀ ਕਿ ਕੁੜੀਆਂ ਨੂੰ ਕਦੋਂ ਅਤੇ ਕਿੱਥੋਂ ਅਗਵਾ ਕਰਕੇ ਪਹੁੰਚਾਇਆ ਜਾਂਦਾ ਸੀ। ਮੇਰੀ ਮਾਂ ਆਪਣੇ ਨੱਚਣ ਦੇ ਕੰਮ ਨੂੰ ਪਸੰਦ ਨਹੀਂ ਕਰਦੀ ਸੀ, ਪਰ ਉਹ ਮਜਬੂਰੀ ਵਿੱਚ ਇਹ ਸਭ ਕਰ ਰਹੀ ਸੀ ਤੇ ਜਦੋਂ ਇਸ ਨੂੰ ਪਤਾ ਲੱਗਿਆ ਕਿ ਉਹ ਕੁਝ ਦਿਨਾਂ ਦੀ ਮਹਿਮਾਨ ਹੈ ਤਾਂ ਉਸਨੇ ਆਪਣੇ ਸਾਰੇ ਪਾਪ ਧੋਣ ਲਈ ਰਾਜ ਦਾ ਰਾਸਤਾ ਨਜ਼ਰ ਆਇਆ ਤੇ ਉਸਨੇ ਫਾਈਲ ਚੁੱਕ ਲਈ ਅਤੇ ਪੁਲਿਸ ਦੇ ਹਵਾਲੇ ਕਰ ਸਕੇ। ਪਰ ਇਸ ਤੋਂ ਪਹਿਲਾਂ ਉਹ ਇਸ ਦੁਨੀਆ ਤੋਂ ਚਲੀ ਗਈ ਤੇ ਹੁਣ ਉਹ ਜਾਣ ਗਈ ਸੀ ਆਖਰ ਇਹ ਫਾਈਲ ਪੁਲਿਸ ਵਾਲੇ ਕਿਉਂ ਲੱਭ ਰਹੇ ਨੇ, ਮਿਨਿਸਟਰ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ। ਕਾਨੂੰਨ ਸੱਚ ਵਿੱਚ ਹੀ ਇੰਨਾ ਹੈ, ਗੁਨਾਹਗਾਰ ਨੂੰ ਸਜ਼ਾ ਨਹੀਂ ਮਿਲਦੀ ਤੇ ਬੇਗੁਨਾਹ ਜੇਲ੍ਹ ਵੀ ਚਲਾ ਜਾਂਦਾ ਹੈ। ਉਸਨੇ ਬਹੁਤ ਸੋਚ ਸਮਝ ਕੇ ਆਪਣੀ ਦੋਸਤ ਦੀ ਮਦਦ ਨਾਲ ਸਾਰੇ ਕਾਗਜ਼ਾਂ ਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਤੇ ਕਾਗਜ਼ ਲੈ ਕੇ ਆਪਣੇ ਘਰ ਵਾਲੇ ਦੇ ਕੋਲ ਪੁੱਜੀ। ਰਾਜ ਉਸ ਨੂੰ ਦੇਖ ਕੇ ਕਹਿਣ ਲੱਗਾ, ਤੂੰ ਕਿੱਥੇ ਚਲੀ ਗਈ ਸੀ? ਉਸਨੇ ਉਹ ਫਾਈਲ ਉਸਦੇ ਹੱਥ ਵਿੱਚ ਦਿੱਤੀ ਤੇ ਉਸਨੇ ਕਿਹਾ, ਜਿਸ ਚੀਜ਼ ਦਾ ਪਤਾ ਪੁੱਛ ਰਹੇ ਸੀ ਮੈਂ ਉਹੀ ਲੱਭ ਰਹੀ ਸੀ। ਜੇ ਤੁਸੀਂ ਇਮਾਨਦਾਰ ਹੋ ਤਾਂ ਉਸ ਦੇ ਖਿਲਾਫ ਰਿਪੋਰਟ ਦਰਜ ਕਰਾਓ। ਇਹ ਸਭ ਪੜ੍ਹ ਕੇ ਰਾਜ ਹੈਰਾਨ ਹੋ ਗਿਆ ਸੀ। ਉਹਨੂੰ ਇਹ ਦੱਸਿਆ ਗਿਆ ਸੀ ਕਿ ਬਹੁਤ ਜ਼ਰੂਰੀ ਕਾਗਜ਼ ਨੇ ਤੇ ਇਸ 'ਤੇ ਖੋਲ੍ਹਣ ਦੀ ਕਿਸੇ ਨੂੰ ਇਜਾਜ਼ਤ ਨਹੀਂ। ਲੇਕਿਨ ਜਦੋਂ ਉਸਨੇ ਸਭ ਕੁਝ ਦੇਖਿਆ ਤਾਂ ਉਹ ਸਾਰੇ ਕਾਗਜ਼ ਖੁਦ ਚੈੱਕ ਕੀਤੇ। ਉਹਨੇ ਮਿਨਿਸਟਰ ਸਾਹਿਬ ਦੇ ਖਿਲਾਫ ਰਿਪੋਰਟ ਵੀ ਦਰਜ ਕਰ ਲਈ। ਹੁਣ ਇਸ ਮਾਮਲੇ ਵਿੱਚ ਕੀ ਹੋਊਗਾ ਕੀ ਨਹੀਂ, ਇਹ ਅਸੀਂ ਦੋਨੋਂ ਨਹੀਂ ਜਾਣਦੇ। ਉਸ ਨੂੰ ਕਦੋਂ ਤੱਕ ਆਪਣੇ ਪੈਰਾਂ 'ਤੇ ਖੜਾ ਰਹਿਣ ਦਿੱਤਾ ਜਾਵੇਗਾ, ਇਹ ਉਹ ਨਹੀਂ ਜਾਣਦੀ ਸੀ। ਸਾਡੇ ਦੇਸ਼ ਦੇ ਵਿੱਚ ਇਮਾਨਦਾਰੀ ਨਾਲ ਨੌਕਰੀ ਕਰਨਾ ਇਸ ਕਦਰ ਮੁਸ਼ਕਲ ਹੋ ਗਿਆ ਹੈ ਕਿ ਜੇ ਕੋਈ ਇਨਸਾਨ ਸਹੀ ਰਾਸਤੇ 'ਤੇ ਚੱਲਣਾ ਵੀ ਚਾਹੇ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਸ਼ਾਇਦ ਹੀ ਇਸ ਲਈ ਇਹ ਦੇਸ਼ ਵਿੱਚ ਨਾ ਹੀ ਚੈਨ ਹੈ, ਨਾ ਸ਼ਾਂਤੀ ਹੈ ਤੇ ਨਾ ਹੀ ਇਨਸਾਫ ਹੈ। ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ। ਧੰਨਵਾਦ ਸਾਰਿਆਂ ਦਾ।